ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀਆਂ ਸੇਵਾਵਾਂ ਲੈ ਕੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤਰਨਤਾਰਨ ਵਿਖੇ ਪਹੁੰਚੇ ਹਾਂ। ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਇਹ ਉੱਦਮ ਉਪਰਾਲਾ ਰਹਿੰਦਾ ਹੈ ਕਿ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕੋਈ ਗਰੀਬ ਗੁਰਬਾ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਵਾਂਝਾ ਹੁੰਦਾ ਹੈ, ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉੱਥੋਂ ਤੱਕ ਪਹੁੰਚ ਕਰਕੇ ਅਤੇ ਉਸ ਮਰੀਜ਼ ਦੀ ਜਿਹੜੀ ਇਹ ਸਾਂਝ ਆਪ ਸਭ ਸੰਗਤਾਂ ਦੇ ਨਾਲ ਪਵਾਈ ਜਾਂਦੀ ਹੈ। ਸੋ ਪਿਛਲੇ ਕਾਫੀ ਸਮੇਂ ਤੋਂ ਮੈਂ ਆਪ ਸਭ ਸੰਗਤਾਂ ਦੇ ਨਾਲ ਇੱਕ ਮਰੀਜ਼ ਦੀ ਸਾਂਝ ਪਾਈ ਸੀ। ਸ਼ਹਿਰ ਕਪੂਰਥਲਾ ਤੋਂ ਵੀਰ ਤਿਲਕਰਾਜ ਉਰਫ ਬਬਲੂ, ਜਿਹਦੇ ਕਿ ਪਰਿਵਾਰਕ ਮੈਂਬਰ ਹੋਰ ਕੋਈ ਵੀ ਨਹੀਂ ਸੀ, ਘਰ ਦੇ ਵਿੱਚ ਇਕੱਲੇ ਹੀ ਸਨ। ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਸ਼ਹਿਰ ਕਪੂਰਥਲੇ ਤੋਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਵੀਰ ਤਿਲਕਰਾਜ ਉਰਫ ਬਬਲੂ ਨੂੰ ਦਾਖਲ ਕਰਵਾਇਆ ਗਿਆ ਅਤੇ ਸਪਾਈਨ ਦੀ ਜਿਹੜੀ ਪ੍ਰੋਬਲਮ ਸੀ ਉਹਦਾ ਆਪਰੇਟ ਕਰਵਾਇਆ ਗਿਆ ਸੀ। ਸੋ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦੇ ਦੋ ਜਿਹੜੇ ਆ ਆਪਰੇਟ ਹੋਣੇ ਸਨ। ਸੋ ਡਾਕਟਰ ਸਾਹਿਬ ਉਹਨਾਂ ਨੇ ਪਹਿਲੇ ਆਪਰੇਟ ਤੋਂ ਬਾਅਦ ਤਿਲਕਰਾਜ ਉਰਫ ਬਬਲੂ ਨੂੰ ਸ਼ਹਿਰ ਕਪੂਰਥਲਾ ਵਿਖੇ ਜਿਹੜਾ ਸੀ ਭੇਜ ਦਿੱਤਾ ਸੀ। ਜਿਸ ਵਕਤ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਸ਼ਹਿਰ ਕਪੂਰਥਲਾ ਵਿਖੇ ਪਹੁੰਚ ਕਰਕੇ ਅਤੇ ਵੀਰ ਤਿਲਕਰਾਜ ਉਰਫ ਬਬਲੂ ਨੂੰ ਲੈ ਕੇ ਆਉਣਾ ਸੀ, ਤਾਂ ਪਤਾ ਲੱਗਾ ਕਿ ਤਿਲਕਰਾਜ ਉਰਫ ਬਬਲੂ ਦੇ ਬੈੱਡ ਸੋਲ ਜਿਹੜੇ ਨੇ ਉਹ ਕਾਫੀ ਵੱਡੇ ਵੱਡੇ ਹੋਏ ਸਨ। ਲਗਭਗ 3 ਬੈੱਡ ਸੋਲ ਸਨ, ਜਿਨ੍ਹਾਂ ਵਿੱਚੋਂ ਇੱਕ ਬੈੱਡ ਸੋਲ ਦੀ ਜਿਹੜੀ ਮੈਂ ਆਪ ਸਭ ਸੰਗਤਾਂ ਨੂੰ ਜਿਹੜਾ ਵਾ ਦਿਖਾ ਰਿਹਾ ਵਾਂ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਵੀਰ ਤਿਲਕਰਾਜ ਉਰਫ ਬਬਲੂ ਜਿਹੜਾ ਵਾ ਇੱਥੇ ਹੀ ਐਡਮਿਟ ਹੈ। ਸੋ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉਹਨਾਂ ਦਾ ਜਿਹੜਾ ਵਾ ਟਰੀਟਮੈਂਟ ਚੱਲ ਰਿਹਾ ਸੀ। ਸੋ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਦੇ ਮੁਤਾਬਕ ਪਹਿਲਾਂ ਨੋਰਮਲ ਜਿਹੜੀ ਸੀ ਉਹ ਪੱਟੀ ਹੁੰਦੀ ਰਹੀ, ਪਰ ਜਦੋਂ ਕੁਛ ਜ਼ਿਆਦਾ ਫਰਕ ਜਿਹੜਾ ਵਾ ਜਿਹੜੇ ਬੈੱਡ ਸੋਲ ਉਹਨਾਂ ਨੂੰ ਫਰਕ ਨਾ ਪਿਆ ਤਾਂ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਵੈਕਿਊਮ ਜਿਹੜੀ ਹੈ ਡਰੈਸਿੰਗ ਉਹ ਕਰਾਉਣੀ ਪਵੇਗੀ। ਸੋ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਨੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਦਾ ਜੋ ਵੀ ਸਟਾਫ ਸੀ ਉਹਨਾਂ ਦੇ ਨਾਲ ਜਿਹੜਾ ਸੀ ਉਹ ਰਾਬਤਾ ਬਣਾਈ ਰੱਖਿਆ। ਅਤੇ ਪਿਛਲੇ 1 ਹਫ਼ਤੇ ਤੋਂ ਜਿਹੜੀ ਆ ਵੀਰ ਤਿਲਕਰਾਜ ਉਰਫ ਬਬਲੂ ਦੇ ਜਿਹੜੀ ਹੈ ਵੈਕਿਊਮ ਡਰੈਸਿੰਗ ਹੋਈ ਸੀ। ਸੋ ਸ਼ਨੀਵਾਰ ਦਾ ਵੀ ਡਾਕਟਰ ਸਾਹਿਬ ਉਹਨਾਂ ਨੇ ਟਾਈਮ ਦਿੱਤਾ ਸੀ ਕਿ ਸ਼ਨੀਵਾਰ ਤੋਂ ਬਾਅਦ ਜਿਹੜਾ ਵਾ ਫਿਰ ਦੇਖਿਆ ਜਾਵੇਗਾ, ਜੇ ਲੋੜ ਪਈ ਤਾਂ ਫਿਰ ਇੱਥੇ ਵੈਕਿਊਮ ਜਿਹੜੀ ਆ ਉਹ ਡਰੈਸਿੰਗ ਜਿਹੜੀ ਆ ਉਹ ਲਗਾਉਣੀ ਪਵੇਗੀ। ਸੋ ਅੱਜ ਫਿਰ ਜਿਹੜੀ ਆ ਉਹ ਸਮੁੱਚੀ ਟੀਮ ਸ਼ਹਿਰ ਅੰਮ੍ਰਿਤਸਰ ਤੋਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਪਹੁੰਚੀ ਹੈ ਵੈਕਿਊਮ ਕਲੀਨਿੰਗ ਕਰਨ ਲਈ। ਸੋ ਆਓ ਆਪ ਸਭ ਸੰਗਤਾਂ ਦੀ ਸਾਂਝ ਮੈਂ ਡਾਕਟਰ ਸਾਹਿਬ ਹੁਣਾਂ ਨਾਲ ਪਾਉਣਾ ਕਿ ਅਸਲ ਦੇ ਵਿੱਚ ਇਹ ਕਿੰਨਾ ਕੁ ਲੰਮਾ ਪ੍ਰੋਸੀਜਰ ਹੈ ਅਤੇ ਇਹਦੇ ਨਾਲ ਕਿੰਨੀ ਕੁ ਇੰਪਰੂਵਮੈਂਟ ਜਿਹੜੀ ਹੈ ਉਹ ਆ ਸਕਦੀ ਹੈ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਪ ਸਭ ਸੰਗਤਾਂ ਦੀ ਸਾਂਝ ਮੈਂ ਡਾਕਟਰ ਸਾਹਿਬ ਹੁਣਾਂ ਨਾਲ ਪਾਉਣਾ, ਕਿਉਂਕਿ ਉਹ ਫਿਰ ਅੱਜ 1 ਵੀਕ ਬਾਅਦ ਜਿਹੜੇ ਆ ਉਹ ਡਰੈਸਿੰਗ ਕਰਨ ਆਏ ਨੇ। ਸੋ ਜਦ ਹੀ ਖੁੱਲ੍ਹ ਕੇ ਗੱਲਬਾਤ ਅਤੇ ਉਹੀ ਡਾਕਟਰ ਸਾਹਿਬ ਹੁਣ ਹੀ ਦੱਸ ਸਕਦੇ ਨੇ ਕਿ ਅਸਲ ਦੇ ਵਿੱਚ ਇਹ ਪੱਟੀ ਦੇ ਨਾਲ ਕਿੰਨਾ ਕੁ ਜ਼ਿਆਦਾ ਪੇਸ਼ੈਂਟ ਨੂੰ ਜਿਹੜੀ ਹੈ ਉਹ ਰਾਹਤ ਮਿਲ ਸਕਦੀ ਹੈ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਮੈਂ ਚਾਹੁੰਦਾ ਹਾਂ ਕਿ ਜ਼ਰੂਰ ਆਪ ਸੰਗਤ ਨਾਲ ਜਾਣਕਾਰੀ ਸਾਂਝੀ ਕਰੋ, ਜੋ ਮਰੀਜ਼ ਦੇ ਇਸ ਵਕਤ ਆਪ ਜੀ ਡਰੈਸਿੰਗ ਕਰਨ ਆਏ ਜੇ, ਇਹ ਮਤਲਬ ਕਿੰਨੇ ਕੁ ਚਿਰ ਦਾ ਹੋਰ ਪ੍ਰੋਸੀਜਰ ਹੈ ਜਾਂ ਕਿੰਨਾ ਕੁ ਇਹਦੇ ਵਿੱਚ ਇੰਪਰੂਵਮੈਂਟ ਜਿਹੜੀ ਉਹ ਆ ਸਕਦੀ? ਦੇਖੋ, ਅਗਰ ਤੁਸੀਂ ਇਹਦਾ ਪਹਿਲਾ ਵੂੰਡ ਦੇਖਿਆ ਹੋਵੇ, ਪਹਿਲੇ ਜਦੋਂ ਡਰੈਸਿੰਗ ਹੋਈ ਸੀ ਉਦੋਂ ਦੇਖਿਆ ਹੋਵੇ ਤਾਂ ਹੁਣ ਦੇ ਵਿੱਚ ਬਹੁਤ ਫਰਕ ਹੈਗਾ। ਇਹਨੂੰ 2 ਡਰੈਸਿੰਗ ਹੋਰ ਲੱਗਣਗੀਆਂ, ਉਹਦੇ ਨਾਲ ਇਹਦਾ ਵੂੰਡ ਜਿਹੜਾ ਹੈਗਾ ਆ ਆਲਮੋਸਟ 50 to 60% ਹੀਲ ਹੋ ਜਾਏਗਾ। ਐਕਚੁਅਲੀ ਵੈਕਿਊਮ ਡਰੈਸਿੰਗ ਦਾ ਪਰਪਸ ਇਹ ਹੁੰਦਾ ਹੈ, ਇਹ ਗ੍ਰੈਨੂਲੇਸ਼ਨ ਜਿਹੜੀ ਵੂੰਡ ਦੇ ਵਿੱਚ ਗ੍ਰੈਨੂਲੇਸ਼ਨ ਹੁੰਦੀ ਹੈ, ਰੈਡਨੈਸ ਹੁੰਦੀ ਆ, ਉਹਨੂੰ ਫਾਸਟ ਕਰਦਾ ਆ। ਔਰ ਇਹਦੇ ਵਿੱਚ ਜਿੰਨਾ ਵੀ ਅੰਦਰ ਤੁਸੀਂ ਉਹ ਦੇਖੋ, ਅਗਰ ਉਹਦੇ ਵਿੱਚ ਪੂਰੀ ਟਨਲ ਬਣੀ ਹੋਈ ਹੈ, ਉਹ ਟਨਲ ਦੇ ਵਿੱਚ ਜਿੰਨਾ ਵੀ ਸਲੱਫ ਹੋਏਗਾ ਇਹ ਸਾਰਾ ਵੈਕਿਊਮ ਡਰੈਸਿੰਗ ਉਹਨੂੰ ਬਾਹਰ ਕੱਢ ਦਿੰਦੀ ਹੈ। ਜਦੋਂ ਸਾਰਾ ਸਲੱਫ ਔਰ ਇਹ ਸਾਰਾ ਕੁਝ ਬਾਹਰ ਨਿਕਲ ਜਾਏਗਾ ਤਾਂ ਵੂੰਡ ਆਪਣੇ ਆਪ ਹੀਲਿੰਗ ਸਟੇਜ 'ਚ ਆ ਜਾਂਦਾ ਹੈ। ਤੋ ਇਹ ਅਗਰ ਇਸ ਵੂੰਡ ਦੀ ਗੱਲ ਕਰੀਏ ਤਾਂ ਇਹਨੂੰ 2 ਸਿਟਿੰਗ ਹੋਰ ਲੱਗਣਗੀਆਂ, ਜਿਹਦੇ ਨਾਲ ਇਹ ਵੂੰਡ ਆਲਮੋਸਟ 60% ਤੱਕ ਇਹ ਹੀਲ ਹੋ ਜਾਏਗਾ। ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਡਾਕਟਰ ਸਾਹਿਬ ਗਾਈਡ ਕਰਨਗੇ ਆਪਾਂ ਉਸ ਤਰ੍ਹਾਂ ਇਹਨੂੰ ਕਲੋਜ਼ ਕਰ ਦਾਂਗੇ। ਸੋ ਡਾਕਟਰ ਸਾਹਿਬ ਕਹਿ ਸਕਦੇ ਹਾਂ ਕਿ 15 ਕੁ ਦਿਨਾਂ ਦਾ ਹੋਰ ਪ੍ਰੋਸੀਜਰ ਇਹਦੇ ਤੋਂ ਬਾਅਦ ਜਿਹੜਾ ਵਾ ਉਹ ਹੈਗਾ ਹੈ। ਮੈਂ ਚਾਹੁੰਦਾ ਡਾਕਟਰ ਸਾਹਿਬ ਆਪਾਂ ਸਾਰੇ ਪਰਿਵਾਰਾਂ ਵਾਲੇ ਸੰਗਤ UK ਦੀ ਅਤੇ ਯੂਰਪ ਦੀ ਆਪ ਜੀ ਨੂੰ ਦੇਖ ਰਹੀ, ਮੈਂ ਚਾਹੁੰਦਾ ਜ਼ਰੂਰ ਅਕਸਰ ਹੀ ਜਿਹੜਾ ਦੁੱਖ ਸੁੱਖ ਅਤੇ ਸਰੀਰ ਦੇ ਨਾਲ ਹੀ ਆ, ਮੈਂ ਚਾਹੁੰਦਾ ਜ਼ਰੂਰ ਆਪ ਸੰਗਤ ਨੂੰ ਕੋਈ ਗਾਈਡਲਾਈਨ ਦਿਓ, ਕਿਉਂਕਿ ਜਿਵੇਂ ਹੀ ਸਾਨੂੰ ਕੋਈ ਰੋਗ ਆਉਂਦਾ ਹੈ ਜਾਂ ਕੋਈ ਸਾਡੇ ਪਰਿਵਾਰਕ ਮੈਂਬਰ ਬੈੱਡ 'ਤੇ ਪੈ ਜਾਂਦਾ ਹੈ, ਸੋ ਬੈੱਡ ਸੋਲ ਤੋਂ ਕਿਵੇਂ ਬਚਿਆ ਜਾ ਸਕਦਾ, ਮੈਂ ਚਾਹੁੰਦਾ ਜ਼ਰੂਰ ਆਪ ਥੋੜ੍ਹੀ ਜਿਹੀ ਉਹ ਗਾਈਡਲਾਈਨ ਸੰਗਤ ਨੂੰ ਜ਼ਰੂਰ ਦਿਓ।
ਦੇਖੋ ਬੇਸਿਕ ਅਗਰ ਪੇਸ਼ੈਂਟ ਬੈੱਡ ਰਿਡਨ ਹੈ ਤਾਂ ਸਾਨੂੰ ਉਹਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ। ਸਾਨੂੰ ਹੋ ਸਕੇ ਅਗਰ ਪੇਸ਼ੈਂਟ ਪੇਇੰਗ ਕੈਪੈਸਿਟੀ ਹੈ ਪੇਸ਼ੈਂਟ ਦੀ, ਤਾਂ ਐਟਲੀਸਟ ਸਾਨੂੰ ਜਿਹੜਾ ਏਅਰ ਬੈੱਡਸ ਹੁੰਦੇ ਨੇ ਉਹਦੀ ਵਰਤੋਂ ਕਰਨੀ ਚਾਹੀਦੀ ਹੈ, ਜਿਹਦੇ ਨਾਲ ਪ੍ਰੋਪਰ ਏਅਰ ਪਾਸ ਹੁੰਦੀ ਰਹੇ ਪੇਸ਼ੈਂਟ ਦੀ ਬੈਕ ਦੇ ਵਿੱਚ, ਤਾਂ ਕਿ ਬੈੱਡ ਸੋਰ ਜਿਹੜੇ ਬਣਨ ਦੇ ਚਾਂਸਿਸ ਘੱਟ ਜਾਣ। ਅਤੇ ਮੇਨ ਤਾਂ ਇਹੀ ਹੈ ਜੀ, ਕੇਅਰ ਬਹੁਤ ਕਰਨੀ ਪੈਂਦੀ ਹੈ ਪੇਸ਼ੈਂਟ ਨੂੰ। ਬਾਰ-ਬਾਰ 2-2 3-3 ਘੰਟੇ ਬਾਅਦ ਉਹਨਾਂ ਦਾ ਪਾਸਾ ਜਿਹੜਾ ਆ ਉਹ ਚੇਂਜ ਕਰਾਇਆ ਜਾਵੇ। ਪਹਿਲਾਂ ਜੇ ਅਗਰ ਲੈਫਟ ਸਾਈਡ ਹੈ ਰਾਈਟ ਸਾਈਡ ਕੀਤੀ ਜਾਵੇ, ਰਾਈਟ ਸਾਈਡ ਇਹਦੇ ਲੈਫਟ ਕੀਤੀ ਜਾਵੇ, ਔਰ ਪ੍ਰੋਪਰਲੀ ਉਹਨੂੰ 10-10 12-12 ਘੰਟੇ ਬਾਅਦ ਪੂਰਾ ਕਲੀਨ ਕੀਤਾ ਜਾਵੇ। ਇਹੀ ਬੇਸਿਕ ਗਾਈਡਲਾਈਨਸ। ਆਪਾਂ ਗੱਲ ਕਰੀਏ ਤਾਂ ਡਾਕਟਰ ਸਾਹਿਬ ਵੀ ਇੱਥੇ ਪਰਿਵਾਰਕ ਮੈਂਬਰਾਂ ਦਾ ਬੜਾ ਅਹਿਮ ਰੋਲ ਹੈ, ਪਰ ਜਿਵੇਂ ਕਿ ਸੰਗਤਾਂ ਵੱਲੋਂ ਜਿਹੜਾ ਵਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਵੱਲੋਂ ਡਾਕਟਰ ਸਾਹਿਬ ਇਹਨਾਂ ਨੂੰ ਜਿਹੜਾ ਸੀ ਇੱਥੇ ਐਡਮਿਟ ਕਰਵਾਇਆ ਗਿਆ, ਕਿਉਂਕਿ ਪਿੱਛੇ ਦੇਖ ਰੇਖ ਵਾਲਾ ਵੀ ਜੀ ਦੇ ਕੋਈ ਵੀ ਨਹੀਂ। ਕਈ ਤਾਂ ਇੱਦਾਂ ਦੇ ਵੀ ਆਪ ਜੀ ਦੀ ਨਗਰ ਦੇ ਵਿੱਚ ਫਿਰ ਕੇਸ ਆਏ ਹੋਣੇ ਜਿਹੜੇ ਬੈੱਡ ਸੋਲ ਦੇ ਵਿੱਚ ਕਿ ਜਿਨ੍ਹਾਂ ਦਾ ਸੰਪੂਰਨ ਤਰੀਕੇ ਦੇ ਨਾਲ ਟਰੀਟਮੈਂਟ ਨਹੀਂ ਹੋਇਆ ਅਤੇ ਉਹ ਇਸ ਫਾਨੀ ਦੁਨੀਆ ਨੂੰ ਜਿਹੜਾ ਉਹ ਅਲਵਿਦਾ ਕਹਿ ਗਏ। ਬਿਲਕੁਲ ਹੈ ਜੀ, ਇਹਦੇ 'ਚ ਬਹੁਤ ਕੇਅਰ ਦੀ ਜ਼ਰੂਰਤ ਹੈ। ਮੈਂ ਤਾਂ ਹੌਸਪੀਟਲ ਦੇ ਸਟਾਫ ਨੂੰ ਕਹਾਂਗਾ ਕਿ ਉਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ, ਕਿਉਂਕਿ ਜਿੱਦਾਂ ਕੋਈ ਅਗਰ ਕੋਈ ਦੇਖ ਰੇਖ ਨਹੀਂ ਕਰ ਸਕਦਾ ਤਾਂ ਹੌਸਪੀਟਲ ਦਾ ਸਟਾਫ ਹੀ ਹੈ ਜਿਹੜਾ ਮਤਲਬ ਸਾਰੀ ਟੇਕ ਕੇਅਰ ਕਰਦਾ ਆ। ਐਂਡ ਆ ਜਿਹੜਾ ਗੁਰੂ ਨਾਨਕ ਹੌਸਪੀਟਲ ਦਾ ਸਟਾਫ ਹੈ ਬਹੁਤ ਵਧੀਆ ਸਟਾਫ ਆ, ਬਹੁਤ ਵਧੀਆ ਤਰੀਕੇ ਨਾਲ ਕਰਦਾ ਆ, ਪੇਸ਼ੈਂਟ ਦੀ ਟੇਕ ਕੇਅਰ ਕਰਦਾ ਆ। ਸੋ ਸੰਗਤ ਜੀ, ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵੱਲੋਂ ਇਹ ਬੜਾ ਵੱਡਾ ਉਪਰਾਲਾ ਸੀ ਇੱਕ ਤਰਨਤਾਰਨ ਸਾਹਿਬ ਦੀ ਧਰਤੀ ਦੇ ਉੱਪਰ, ਕਿ ਕਿਉਂਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਜਿਹੜਾ ਮਾਝਾ ਇਲਾਕਾ ਹੈ ਬਹੁਤੇ ਪਿੰਡ ਜਿਹੜੇ ਨੇ ਬਾਰਡਰ ਦੇ ਨੇੜੇ ਜਿਹੜੇ ਕੰਢੇ 'ਤੇ ਵਸੇ ਹੋਏ ਸਨ, ਸੋ ਉਹਨਾਂ ਨੂੰ ਜਿਹੜਾ ਸੀ ਪੇਸ਼ੈਂਟ ਲੈ ਕੇ ਸਿੱਧਾ ਅੰਮ੍ਰਿਤਸਰ ਜਾਣਾ ਪੈਂਦਾ ਸੀ। ਸੋ ਬਾਬਾ ਜੀ ਹੁਣਾਂ ਨੇ ਇਹ ਮਨ ਦੇ ਵਿੱਚ ਜਿਹੜਾ ਵਾਹਿਗੁਰੂ ਅਕਾਲ ਪੁਰਖ ਨੇ ਜਿਹੜਾ ਫੁਰਨਾ ਪਾਇਆ, ਅਤੇ ਉਹਨਾਂ ਨੇ ਇਹ ਤਰਨਤਾਰਨ ਦੀ ਧਰਤੀ ਦੇ ਉੱਪਰ ਐਡਾ ਵਧੀਆ ਹੌਸਪੀਟਲ ਜਿਹੜਾ ਵਾ ਉਹ ਸਥਾਪਿਤ ਕੀਤਾ, ਤਾਂ ਜੋ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ ਉਹਨਾਂ ਨੂੰ ਬਾਹਰ ਅੰਮ੍ਰਿਤਸਰ ਜਾਂ ਕਿਤੇ ਹੋਰ ਜਾ ਕੇ ਖੱਜਲ ਖਰਾਬ ਨਾ ਹੋਣਾ ਪਵੇ। ਸੋ ਸੰਗਤ ਜੀ, ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਮਹਾਂਪੁਰਖਾਂ ਦੇ ਆਸ਼ੀਰਵਾਦ ਸਦਕਾ ਜਿਹੜਾ ਵਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਜਿਹੜੀ ਸਮੁੱਚੀ ਟੀਮ ਇਹ ਜਿਹੜੇ ਉੱਦਮ ਉਪਰਾਲੇ ਕਰ ਰਹੀ ਹੈ, ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਅੱਜ ਤਿਲਕ ਰਾਜ ਉਰਫ ਬਬਲੂ ਦਾ ਜਿਹੜਾ ਟਰੀਟਮੈਂਟ ਆ ਜਿਹੜਾ ਉਹ ਪੂਰੇ ਤਰੀਕੇ ਦੇ ਨਾਲ ਹੋ ਰਿਹਾ ਹੈ। ਸੋ ਜਿਹੜੀ ਵੀ ਗਾਈਡਲਾਈਨ ਡਾਕਟਰ ਸਾਹਿਬ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ, ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਜਿਹੜੀ ਹੈ ਉਹ ਤਨਦੇਹੀ ਦੇ ਨਾਲ ਨਿਭਾ ਰਹੀ ਹੈ। ਅਤੇ ਸੰਗਤ ਜੀ, ਇਹ ਜਿਹੜੀਆਂ ਸੇਵਾਵਾਂ ਨੇ ਇਹ ਨਿਰੰਤਰ ਤਾਂ ਹੀ ਚੱਲਦੀਆਂ ਰਹਿਣਗੇ ਜੇ ਆਪ ਸਭ ਸੰਗਤਾਂ ਦਾ ਸਹਿਯੋਗ ਇਵੇਂ ਹੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਨੂੰ ਮਿਲਦਾ ਰਹੇਗਾ, ਕਿਉਂਕਿ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਕੋਈ ਲੋੜਵੰਦ ਹੁੰਦਾ ਉਸ ਪਰਿਵਾਰਕ ਮੈਂਬਰ ਦੀ ਸਾਂਝ, ਉਹਨਾਂ ਦੇ ਕਿਵੇਂ ਉਹ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ, ਉਹ ਸਾਰੀਆਂ ਹੀ ਗੱਲਾਂ ਬਾਤਾਂ ਸੰਗਤ ਜੀ ਆਪ ਸਭ ਸੰਗਤਾਂ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਕਿਉਂਕਿ ਆਪ ਸਭ ਸੰਗਤਾਂ ਕਈ ਘੰਟੇ ਕੰਮ ਕਰਕੇ ਕਈ ਘੰਟੇ ਜਿਹੜੇ ਸ਼ਿਫਟਾਂ ਲਾ ਕੇ ਅਤੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਤਿਲ ਫੁੱਲ ਕੱਢ ਕੇ ਅਤੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਇੰਨਾ ਸਹਿਯੋਗ ਕਰ ਰਹੇ ਜੋ। ਸੋ ਸੰਗਤ ਜੀ, ਇਹ ਸੇਵਾਵਾਂ ਨਿਰੰਤਰ ਇਵੇਂ ਹੀ ਚੱਲਦੀਆਂ ਰਹਿਣਗੀਆਂ। ਸੋ ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਹਿੰਮਤ ਦਾ ਜੱਜ ਕੇ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 73 ਦਿਨ ਤੋਂ ਇਸੇ ਹੌਸਪੀਟਲ ਵਿੱਚ ਵੀਰ ਬਬਲੂ ਐਡਮਿਟ ਆ। ਮੈਂ ਸਾਰੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਕਿ 73 ਦਿਨ ਤੋਂ ਇਹ ਵੀਰ ਕਿਉਂ ਇਸ ਬੈੱਡ ਦੇ ਉੱਤੇ ਆ, ਕੀ ਕਾਰਨ ਆ। ਮਰੀਜ਼ ਆ ਰਹੇ ਨੇ, ਮਰੀਜ਼ ਜਾ ਰਹੇ ਨੇ ਠੀਕ ਹੋ ਕੇ 5-7 ਦਿਨ ਦੇ ਵਕਫੇ ਦੇ ਨਾਲ। ਸੋ ਮੈਂ ਅੱਜ ਉਹਦੀ ਸਟੋਰੀ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ। ਜਨਰਲ ਵਾਰਡ ਦੇ ਵਿੱਚ ਇਹ ਵੀਰ ਦਾਖਲਾ। ਆਓ ਅਸੀਂ ਉਸ ਦੇ ਬੈੱਡ 'ਤੇ ਚੱਲਦੇ ਹਾਂ ਅਤੇ ਵੀਰ ਦੀ ਜੋ ਕੰਡੀਸ਼ਨ ਆ ਮੈਂ ਉਹ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ।
ਇਹ ਸਾਡਾ ਵੀਰ ਤਿਲਕ ਰਾਜ ਉਰਫ ਬਬਲੂ ਜੋ ਕਪੂਰਥਲੇ ਤੋਂ ਸਾਡੇ ਕੋਲ ਇਲਾਜ ਵਾਸਤੇ ਪਹੁੰਚੇ ਸੀਗੇ ਅੱਜ ਤੋਂ 73 ਦਿਨ ਪਹਿਲਾਂ। 73 ਦਿਨ ਪਹਿਲਾਂ ਵੀਰ ਇੱਥੇ ਸਾਡੇ ਕੋਲ ਆਇਆ ਸੀਗਾ। ਇਸ ਨੂੰ ਬੈੱਡ ਸੋਲ ਬਹੁਤ ਵੱਡੇ ਵੱਡੇ ਹੋ ਗਏ ਸੀਗੇ। ਮੈਂ ਥੋੜ੍ਹੀ ਜਿਹੀ ਹੋਰ ਬੈਕਗਰਾਊਂਡ ਸਟੋਰੀ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਜਦੋਂ ਕਪੂਰਥਲੇ ਅਸੀਂ ਇਸ ਵੀਰ ਨੂੰ ਪਹਿਲੀ ਵਾਰੀ ਮਿਲਣ ਗਏ ਸੀਗੇ, ਇਹਦੀਆਂ ਲੱਤਾਂ ਜੋ ਕੰਮ ਨਹੀਂ ਕਰਦੀਆਂ, ਕੋਈ 8 ਸਾਲ ਪਹਿਲਾਂ ਇਸ ਨੂੰ ਪ੍ਰੋਬਲਮ ਆਈ ਸੀਗੀ ਅਤੇ ਉਹ ਲਗਾਤਾਰ ਜਿਹੜੀ ਦਵਾ ਦਾਰੂ ਨਾ ਹੋਣ ਕਰਕੇ ਉਹ ਜ਼ਿਆਦਾ ਵੱਧਦੀ ਗਈ, ਤੁਰਨ ਫਿਰਨ ਤੋਂ ਅਸਹਾਏ ਹੋ ਗਏ। ਬੈਕ ਸਟੋਰੀ ਪਹਿਲਾਂ ਵੀ ਦਿਖਾ ਚੁੱਕਾ ਸੰਗਤ ਏਡ ਮੈਡੀਕਲ ਕੇਅਰ ਫਾਊਂਡੇਸ਼ਨ ਦੀ ਤਰਫੋਂ। ਉਸ ਤੋਂ ਬਾਅਦ ਵੀਰ ਸਾਡੇ ਕੋਲ ਇੱਥੇ ਹੌਸਪੀਟਲ ਵਿੱਚ ਆਉਂਦੇ ਨੇ ਅਤੇ ਜਦੋਂ ਇੱਥੇ ਆ ਕੇ ਐਡਮਿਟ ਹੋਏ ਨੇ ਪਹਿਲੀ ਵਾਰੀ ਸਾਡੇ ਕੋਲ ਇੱਕ ਓਪਰੇਟ ਇਹਨਾਂ ਦਾ ਡਾਕਟਰ ਸਾਹਿਬ ਵੱਲੋਂ ਕੀਤਾ ਗਿਆ ਸੀਗਾ। ਆਪ ਸੰਗਤ ਦਾ ਬਹੁਤ ਵੱਡਾ ਸਹਿਯੋਗ ਸਾਨੂੰ ਮਿਲਿਆ ਸੀਗਾ। ਕੋਈ 4 ਲੱਖ ਦੇ ਕਰੀਬ ਜਿਹੜੀ ਸੰਗਤ ਵੱਲੋਂ ਮਾਇਆ ਭੇਜੀ ਗਈ ਸੀ ਇਸ ਵੀਰ ਵਾਸਤੇ। ਕਾਫੀ ਹਾਲਤ ਵਿੱਚ ਸੁਧਾਰ ਵੀ ਸੀਗਾ, ਤੁਰਦੇ ਫਿਰਦੇ ਸੀਗੇ। ਮੈਂ ਚਾਹਾਂਗਾ ਕਿ ਬਬਲੂ ਵੀਰ ਇਹ ਆਪਣੇ ਆਪ ਹੀ ਥੋੜ੍ਹੀ ਜਿਹੀ ਸਟੋਰੀ ਸੰਗਤ ਨਾਲ ਜ਼ਰੂਰ ਸਾਂਝੀ ਕਰੋ। ਉਹ ਕਿਸ ਤਰ੍ਹਾਂ ਉਹ ਸਮਾਂ ਜਿਹੜਾ ਸੀਗਾ ਆਪ ਜੀ ਦੇ ਨਾਲ ਜਿਹੜਾ ਜਦੋਂ ਇੱਥੋਂ ਗਏ ਸੀਗੇ, ਕੀ ਗੱਲ ਐਸੀ ਬਣੀ, ਉਹ ਸਾਰੀ ਸਟੋਰੀ ਸੰਗਤ ਨਾਲ ਜ਼ਰੂਰ ਸਾਂਝੀ ਕਰੋ। ਜਿਹਨੇ ਵੀਡੀਓ ਵੀ ਮੇਰੇ ਨਾਲ ਸ਼ੇਅਰ ਕੀਤੀ ਸੀ। ਹਾਂਜੀ ਹਾਂਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੈਂ ਸੰਗਤ ਐਡ ਦੀ ਸਾਰੀ ਸੰਗਤ ਨੂੰ ਤਿਲਕ ਰਾਜ ਬਬਲੂ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਜਦੋਂ ਮੈਂ ਇੱਥੋਂ ਘਰ ਗਿਆ, ਠੰਡ ਸੀਗੀ, ਚੁਗਲਿਆਂ ਤੋਂ ਲੈ ਕੇ ਗੋਡਿਆਂ ਤੱਕ ਲੱਤਾਂ ਸੁੰਨ ਪਈਆਂ ਸੀ। 2-3 ਹਫ਼ਤੇ ਪਤਾ ਹੀ ਨਹੀਂ ਚੱਲਿਆ ਕਦੋਂ ਜ਼ਖਮ ਹੋ ਗਏ, ਫਿਰ ਕਿੰਨੇ ਵੱਧ ਗਏ। ਨਹੀਂ, ਤੁਸੀਂ ਤੁਰ ਕੇ ਗਏ ਸੀਗੇ, ਮੁੜ ਕੇ ਉੱਠੇ ਨਹੀਂ, ਤੁਰੇ ਨਹੀਂ, ਕਿਉਂ? ਥੋੜ੍ਹਾ ਠੰਡ ਕਰਕੇ ਰਜਾਈ 'ਚ ਬੈਠਾ ਰਿਹਾ। ਮੈਂ ਸੋਚਿਆ ਥੋੜ੍ਹੇ ਦਿਨਾਂ ਤੱਕ ਤੁਰੂੰਗਾ। ਜਦ ਜ਼ਖਮ ਏਡੇ ਏਡੇ ਹੋ ਗਏ, ਮੈਂ ਦੇਖ ਕੇ ਹੈਰਾਨ ਲੱਗੇ ਜਦੋਂ ਮੈਂ ਦੇਖੇ। ਫਿਰ ਮੈਂ ਤੁਹਾਡੇ ਨਾਲ ਫੋਨ 'ਤੇ ਗੱਲ ਕੀਤੀ, ਫਿਰ ਤੁਸੀਂ ਫਿਰ ਆਪਣੇ ਹਿਸਾਬ ਨਾਲ ਕਿਹਾ ਚੱਲ ਮੈਂ ਦੇਖਦਾ। ਹੁਣ ਬਹੁਤ ਫਰਕ ਆ, ਮਹਾਰਾਜ ਦੀ ਕਿਰਪਾ। ਸੋ ਵੀਰ ਜਦੋਂ ਘਰੇ ਚਲੇ ਗਿਆ, ਉੱਥੇ ਬੈਠਾ ਸੀਗਾ, ਪਰ ਮਜਬੂਰੀ ਸੀਗੀ ਵੀਰ ਦੀ ਕਿ ਆਪੇ ਉੱਠ ਕੇ ਤੁਰ ਨਹੀਂ ਸੀ ਸਕਦਾ। ਸਕੰਜੇ ਲੱਗੇ ਸੀਗੇ, ਸਹਾਰੇ ਦੀ ਲੋੜ ਸੀਗੀ। ਸਹਾਰੇ ਦੇ ਨਾਲ ਹੀ ਉੱਠ ਕੇ ਤੁਰ ਫਿਰ ਸਕਦਾ ਸੀਗਾ। ਅਤੇ ਜਿੱਥੇ ਕਿਰਾਏ 'ਤੇ ਰਹਿੰਦੇ ਨੇ ਉੱਥੇ ਬਾਕੀ ਜਿਹੜੇ ਕਿਰਾਏਦਾਰ ਨੇ ਉਹ ਆਪੋ ਆਪਣੀ ਡਿਊਟੀਆਂ 'ਤੇ ਚਲੇ ਜਾਂਦੇ ਨੇ, ਪਰ ਕੋਈ ਸਹਿਯੋਗ ਕਰਨ ਵਾਲਾ ਨਹੀਂ ਆ। ਪਰੇਸ਼ਾਨੀ ਇਹ ਹੈ ਕਿ ਪਰਿਵਾਰ ਵਿੱਚ ਵੀ ਵੀਰ ਦੇ ਕੋਈ ਨਹੀਂ ਹੈਗਾ, ਮਾਤਾ ਪਿਤਾ ਵੀ ਨਹੀਂ ਹੈਗੇ, ਭਰਾ ਨਹੀਂ, ਕੋਈ ਇੱਕ ਇਕੱਲਾ ਸਿੰਗਲ ਪਰਸਨ ਜਿਹੜਾ ਪਰਿਵਾਰ ਵਿੱਚ ਬਚਿਆ ਹੋਇਆ। ਆਪ ਸੰਗਤ ਦਾ ਸਹਿਯੋਗ ਹੋਇਆ ਅਤੇ ਅਸੀਂ ਇਹਨਾਂ ਤੱਕ ਪਹੁੰਚ ਕਰਕੇ ਇਸ ਨੂੰ ਇਲਾਜ ਵਾਸਤੇ ਇੱਥੇ ਲੈ ਕੇ ਆਏ ਸੀਗੇ। 73 ਦਿਨ ਹੋ ਗਏ ਵੀਰ ਨੂੰ ਅੱਜ ਹੌਸਪੀਟਲ ਵਿੱਚ, ਅਤੇ ਜਿਹੜਾ ਖਰਚਾ ਆਪ ਜੀ ਜਾਣਦੇ ਹੋ 73 ਦਿਨ ਦੇ ਜਿਹੜੇ ਖਰਚਾ ਉਹ ਕਿਹੋ ਜਿਹਾ ਹੋਏਗਾ। 9.5 ਲੱਖ ਰੁਪਈਆ ਪਰਸੋਂ ਦਾ ਜੋ ਮੈਂ ਅਮਾਊਂਟ ਜਿਹੜਾ ਚੈੱਕ ਕਰਵਾਇਆ ਸੀਗਾ, 9.5 ਲੱਖ ਰੁਪਈਆ ਜਿਹੜਾ ਹੁਣ ਇਸ ਵਾਰ ਆਏ ਨੇ। ਜਿਹੜਾ 4 ਲੱਖ ਆਪ ਜੀ ਵੱਲੋਂ ਸਹਿਯੋਗ ਕੀਤਾ ਗਿਆ ਸੀਗਾ ਪਹਿਲੇ ਓਪਰੇਟ 'ਤੇ, ਉਦੋਂ ਇਹ ਓਪਰੇਟ ਕਰਵਾ ਕੇ ਘਰੇ ਚਲੇ ਗਏ ਸੀਗੇ। ਉਸ ਦੇ ਦਰਮਿਆਨ 1 ਮਹੀਨਾ ਘਰੇ ਰਹੇ ਨੇ। ਜਦੋਂ ਘਰੇ ਰਹੇ ਨੇ ਅਤੇ ਵੀਰ ਉੱਠ ਫਿਰ ਤਾਂ ਸਕਦਾ ਨਹੀਂ ਸੀਗਾ, ਅਤੇ ਇਹਨਾਂ ਨੂੰ ਬਹੁਤ ਵੱਡੇ ਬੈੱਡ ਸੋਲ ਹੋ ਗਏ। ਮੈਂ ਆਪ ਜੀ ਨੂੰ ਦਿਖਾਵਾਂ, ਸ਼ਾਇਦ ਆਪ TV 'ਤੇ ਦੇਖ ਨਹੀਂ ਸਕੋਗੇ ਉਸ ਚੀਜ਼ ਨੂੰ। ਏਡੇ ਏਡੇ ਵੱਡੇ ਬੈੱਡ ਸੋਲ ਆ, ਦੋਨਾਂ ਚੂਲਿਆਂ 'ਤੇ ਸਾਈਡਾਂ 'ਤੇ ਵੀ ਨੇ, ਅਤੇ ਪਿੱਛੇ ਚੂਲੇ ਦੇ ਉੱਪਰ ਵੀ 2 ਬੈੱਡ ਸੋਲ ਬਹੁਤ ਵੱਡੇ ਨੇ। ਨਾ ਵੀਰ ਇੱਧਰ ਨੂੰ ਘੁੰਮ ਸਕਦਾ ਸੀਗਾ, ਨਾ ਇੱਧਰ ਨੂੰ। ਪਹਿਲਾਂ ਸ਼ਾਇਦ ਸੈਂਟਰ 'ਚ ਪਿਆ ਰਿਹਾ ਹੋਏਗਾ, ਫਿਰ ਕੋਸ਼ਿਸ਼ ਕੀਤੀ ਕਿ ਮੈਂ ਸਾਈਡ ਲੈ ਲਵਾਂ, ਉਹ ਸੁੱਕ ਜਾਏਗਾ ਜ਼ਖਮ, ਮਗਰ ਉਹ ਹੋਰ ਜ਼ਿਆਦਾ ਵੱਧਦੇ ਗਏ। ਦੋਨਾਂ ਸਾਈਡਾਂ 'ਤੇ ਵੀ ਜਿਹੜੇ ਹੋ ਗਏ, ਉਹ 3-3 ਇੰਚ ਉਂਗਲ ਪੈ ਜਾਂਦੀ ਵੀਰ ਦੇ ਬੈੱਡ ਸੋਲ ਦੇ ਵਿੱਚ। ਇੰਨਾ ਜ਼ਿਆਦਾ ਖਤਰਨਾਕ ਦੇਖ ਨਹੀਂ ਸਕਦੇ ਸੀਗੇ। ਅਤੇ ਡਾਕਟਰ ਸਾਹਿਬ ਕਹਿੰਦੇ ਜੇ ਸ਼ਾਇਦ ਨਾ ਅਸੀਂ ਲੈ ਕੇ ਆਉਂਦੇ ਨਾ ਤਾਂ ਸ਼ਾਇਦ ਕਿਰਮ ਚੱਲ ਸਕਦੇ ਸੀਗੇ ਉਹਨਾਂ ਜ਼ਖਮਾਂ ਦੇ ਵਿੱਚ। ਅਤੇ ਫਿਰ ਆਪ ਸੰਗਤ ਦਾ ਸਹਿਯੋਗ ਹੈ, ਇੱਥੇ ਲੈ ਕੇ ਤਾਂ ਆਏ ਹਾਂ। ਹੁਣ ਬਹੁਤ ਵੱਡੇ ਖਰਚੇ ਦੀ ਲੋੜ ਆ। 9.5 ਲੱਖ ਰੁਪਈਆ 73 ਦਿਨਾਂ ਦਾ ਦੂਸਰੀ ਵਾਰ ਦਾ ਇਹਨਾਂ ਦਾ ਬਣ ਚੁੱਕਾ। 4 ਲੱਖ ਜਦੋਂ ਅਸੀਂ ਪਹਿਲਾਂ ਓਪਰੇਟ ਕਰਵਾਇਆ ਸੀ ਉਦੋਂ ਪੇ ਕੀਤਾ ਗਿਆ ਸੀਗਾ, ਉਦੋਂ ਘਰੇ ਚਲੇ ਗਏ ਸੀਗੇ। ਹੁਣ ਦੁਬਾਰਾ ਜਦੋਂ ਇੱਥੇ ਆਏ ਨੇ ਅਤੇ 73 ਦਿਨ ਹੋ ਗਏ ਨੇ ਇਹਨਾਂ ਨੂੰ ਇੱਥੇ। ਮੈਂ ਸਵੇਰੇ ਹੀ ਵੀਰ ਨੂੰ ਕਹਿ ਰਿਹਾ ਸੀਗਾ ਵੀ ਇਹ ਚੈੱਕ ਕਰੀਏ ਕਿੰਨੇ ਕੁ ਦੀ ਇਹ ਸ਼ੀਸ਼ੀ ਆ। ਅਤੇ ਸੰਗਤ ਜੀ 1900 ਰੁਪਏ ਦਾ ਇੱਕ ਟੀਕਾ ਵਾ ਜਿਹੜਾ ਵੀਰ ਨੂੰ ਡੇਲੀ ਲੱਗਦਾ। ਹੁਣ ਤਾਂ ਅੱਧਿਓਂ ਜ਼ਿਆਦਾ ਤਾਂ ਸ਼ਾਇਦ ਤੁਹਾਨੂੰ ਵੀ ਦਵਾਈਆਂ ਦਾ ਪਤਾ ਲੱਗ ਗਿਆ ਹੋਵੇਗਾ ਨਾ, ਆਪ ਨਾਮ ਆਉਣ
ਹਾਂਜੀ ਹਾਂਜੀ ਆਟੋਮੈਟਿਕ ਨੌਲੇਜ ਮਿਲ ਜਾਂਦੀ ਤਾਂ ਜੀ ਪਤਾ ਚੱਲਦਾ ਜਿਹੜਾ ਡੇਲੀ ਲੱਗਦਾ ਵੀ ਟੀਕਾ ਉਹਦਾ ਪਤਾ ਚੱਲ ਜਾਂਦਾ। ਡੇਲੀ ਟੀਕਾ ਵੀ ਲੱਗਦਾ ਤੇ ਡੇਲੀ ਪੱਟੀ ਵੀ ਹੁੰਦੀ ਆ। ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਬੈੱਡ ਸੋਲ ਸੀਗਾ ਉਹ ਇੰਨੇ ਜ਼ਿਆਦਾ ਖਤਰਨਾਕ ਰੂਪ ਧਾਰਨ ਕਰ ਚੁੱਕੇ ਸੀਗੇ। 3 ਬੈੱਡ ਸੋਲ ਤੇ ਹੌਲੀ ਹੌਲੀ ਠੀਕ ਹੋ ਗਏ, ਪਰ ਇੱਕ ਜਿਹੜਾ ਸਾਈਡ ਤੇ ਸੀਗਾ ਉਹ ਚੂਲੇ ਦੀ ਹੱਡੀ ਤੱਕ ਦਿਖਣੀ ਇਹਨਾਂ ਦੀ ਸ਼ੁਰੂ ਹੋ ਗਈ ਆ। ਤੇ ਡਾਕਟਰ ਸਾਹਿਬ ਨੇ ਫੈਸਲਾ ਕੀਤਾ ਕਿ ਇੱਕ ਮਸ਼ੀਨ ਆਉਂਦੀ ਜਿਹਦੇ ਨਾਲ ਇਹਦੀ ਪੱਸ ਜਿਹੜੀ ਬਾਹਰ ਨਿਕਲੇਗੀ। ਜਿਹੜਾ 5 ਦਿਨ ਦਾ ਖਰਚਾ ਸੀਗਾ ਉਹਦਾ ਉਹ 10,000 ਰੁਪਇਆ ਸੀਗਾ। 3 ਵਾਰੀ ਮਸ਼ੀਨ ਜਿਹੜੀ ਵੀਰ ਨੂੰ ਇੱਥੇ ਲਗਵਾਈ ਗਈ ਆ। ਉਸ ਤੋਂ ਬਾਅਦ ਜਦੋਂ ਮਸ਼ੀਨ ਨੂੰ ਬਾਹਰ ਕੱਢਿਆ ਗਿਆ, ਉਹ ਪਾਈਪ ਨੂੰ ਬਾਹਰ ਕੱਢਿਆ ਗਿਆ, ਜ਼ਖਮ ਕਾਫੀ ਡਰਾਈ ਤੇ ਹੋ ਗਿਆ, ਪਰ ਉਹ ਜਗ੍ਹਾ ਨਹੀਂ ਭਰ ਸਕਣੀ ਸੀ ਕਿਉਂਕਿ 3 ਇੰਚ ਡੂੰਘਾ ਟੋਆ ਸੀਗਾ। ਸੋ ਅੱਜ ਤੋਂ 3 ਕੁ ਦਿਨ ਪਹਿਲਾਂ ਵੀਰ ਦੀ ਸਰਜਰੀ ਕੀਤੀ ਗਈ ਆ। ਉੱਤੇ ਜਿਹੜਾ ਮਾਸਕ ਲਗਾਇਆ ਗਿਆ, ਫਲੈਪ ਲੱਗਿਆ ਹੋਇਆ ਹੈ, ਤੇ ਅੱਜ ਡਾਕਟਰ ਸਾਹਿਬ ਆਉਣਗੇ, ਉਹ ਵੀ ਚੈੱਕ ਕਰਨਗੇ ਕਿ ਉਹ ਕਿੰਨਾ ਕੁ ਸਕਸੈਸ ਹੈ, ਕਿੰਨਾ ਕੁ ਠੀਕ ਹੋ ਚੁੱਕਾ। ਸੋ ਮੇਰੀ ਡੇਲੀ ਦੀ ਜਿਹੜੀ ਇਹਨਾਂ ਨੂੰ ਮੁਲਾਕਾਤ ਹੋਣੀ, ਡੇਲੀ ਦਾ ਇਹ ਚੀਜ਼ ਦੇਖਣੀ, ਤੇ ਮੇਰਾ ਚਿੰਤਾ ਦਾ ਜਿਹੜਾ ਵਿਸ਼ਾ ਸੀਗਾ ਕਿ ਵੀਰ ਦੇ ਅਮਾਊਂਟ ਜਿਹੜਾ ਬਹੁਤ ਵੱਡਾ ਬਣ ਰਿਹਾ ਹੈ। ਸ਼ਾਇਦ ਆਹ 2 ਦਿਨ ਦਾ ਅਸੀਂ ਹੋਰ ਲਾਈਏ ਉਹ 9.5 ਲੱਖ ਵੱਧ ਕੇ ਸ਼ਾਇਦ 10-20 ਹਜ਼ਾਰ ਰੁਪਇਆ ਅਸੀਂ ਹੋਰ ਉੱਪਰ ਲਗਾ ਸਕਦੇ ਹਾਂ। ਦਿਨੋਂ ਦਿਨ ਵੱਧ ਰਿਹਾ ਹੈ। ਸੋ ਮੈਂ ਆਪ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਇਹਦਾ ਪਰਿਵਾਰ ਆ, ਹੁਣ ਇਹ ਵੀਰ ਕਿੱਥੇ ਜਾ ਸਕਦਾ, ਨਾ ਅਸੀਂ ਇਹਨੂੰ ਛੱਡ ਸਕਦੇ ਹਾਂ, ਪਿੱਛੇ ਪਰਿਵਾਰ 'ਚ ਕੋਈ ਹੋਰ ਹੈ ਨਹੀਂ। ਜੇ ਮੈਂ ਇਹਨੂੰ ਵਾਪਸ ਭੇਜਦਾ ਵਾਂ ਤੇ ਡਾਕਟਰ ਸਾਹਿਬ ਕਹਿ ਰਹੇ ਸੀਗੇ ਤੇ ਬੜਾ ਮੁਸ਼ਕਲ ਹੈ ਇਹਦਾ, ਹੋ ਸਕਦਾ ਕਿਰਮ ਫਿਰ ਚੱਲ ਜਾਣ ਕਿਉਂਕਿ ਅਜੇ ਜ਼ਖਮ ਪੂਰੀ ਤਰ੍ਹਾਂ ਰਾਜੀ ਨਹੀਂ ਆ। ਪਰ ਐਸੇ ਮਰੀਜ਼ ਜਿਹੜੇ ਆ ਇਹਨਾਂ ਨੂੰ ਕੇਅਰ ਦੀ ਬਹੁਤ ਲੋੜ ਹੁੰਦੀ ਆ ਤੇ ਅਜੇ ਹੋਰ ਸਮਾਂ ਲੱਗੇਗਾ। ਬਸ ਇਹੀ ਬੇਨਤੀ ਆ ਕਿ ਆਪ ਜੀ ਵੱਧ ਤੋਂ ਵੱਧ ਸਹਿਯੋਗ ਕਰੋ ਕਿ ਅਸੀਂ ਇਸ ਦਾ ਪਰਿਵਾਰ ਹਾਂ ਤੇ ਅਸੀਂ ਹੀ ਇਹਦਾ ਸਹਿਯੋਗ ਕਰਨਾ ਵਾ। ਤੇ ਇਸ ਟਾਈਮ ਜਿਹੜੇ ਇਹਦੇ ਕੰਡੀਸ਼ਨ ਆ ਮੈਂ ਆਪ ਜੀ ਨਾਲ ਸਾਂਝੀ ਕਰ ਚੁੱਕਿਆ। 4 ਬੈੱਡ ਸੋਲ ਉੱਪਰ ਆ, 2 ਬੈੱਡ ਸੋਲ ਜਿਹੜੇ ਇਹਦੇ ਅੱਡੀ ਦੇ ਉੱਪਰ ਹੋ ਚੁੱਕੇ ਨੇ। ਗਿੱਟਾ ਵੀ ਜਿਹੜਾ ਗਲ ਰਿਹਾ ਹੈ, ਉਹਦੇ ਥੱਲੇ ਜਿਹੜੀ ਬੋਨ ਆ ਉਹ ਵੀ ਦਿਸਣੀ ਸ਼ੁਰੂ ਹੋਈ ਆ। ਦਵਾਈ ਤਾਂ ਚੱਲ ਰਹੀ ਆ, ਅੱਗੇ ਕਰਮ ਪਤਾ ਨਹੀਂ ਕਿਸ ਤਰ੍ਹਾਂ ਦੇ ਆਪਾਂ ਨੂੰ ਭੋਗਣੇ ਪੈਂਦੇ ਆ ਕਰਮ, ਸਾਧ ਸੰਗਤ ਜੀ। ਸੋ ਅਸੀਂ ਤੇ ਇਹੀ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਇਸ ਵੀਰ ਦਾ ਸਹਿਯੋਗ ਕਰੀਏ ਤਾਂ ਕਿ ਵੀਰ ਠੀਕ ਹੋ ਸਕੇ। ਅਸੀਂ ਤਾਂ ਉਮੀਦ ਲਾ ਰਹੇ ਹਾਂ ਤੇ ਬੜੀ ਆਸ ਆ ਕਿ ਅਸੀਂ ਇਹਨੂੰ ਤੋਰ ਕੇ ਘੱਲੀਏ ਇੱਥੋਂ, ਕਿਉਂਕਿ ਪਹਿਲਾਂ ਤੁਰ ਕੇ ਗਿਆ ਸੀਗਾ। ਸਕੰਜੇ ਵੀਰ ਦੇ ਘਰ ਪਏ ਹੋਏ ਨੇ, ਛੋਟਾ ਜਿਹਾ ਬਾਥਰੂਮ ਜਿੰਨਾ ਹੀ ਕਮਰਾ, ਕੋਈ ਵੱਡਾ ਕਮਰਾ ਨਹੀਂ ਜਿੱਥੇ ਰਹਿੰਦਾ। ਤੇ ਅਸੀਂ ਜਦੋਂ ਆਉਂਦੇ ਹਾਂ ਕਈ ਵਾਰੀ ਮਨ ਭਰਦਾ, ਅੱਜ ਵੀ ਮਨ ਭਰ ਰਿਹਾ ਸੀਗਾ ਵੀ ਮੇਰਾ ਕੋਈ ਨਹੀਂ ਹੈ, ਮੈਂ ਕਿੱਥੇ ਜਾਊਂਗਾ, ਕੀ ਕਰਾਂਗਾ। ਤੇ ਇਹੀ ਇਹਦਾ ਪਰਿਵਾਰ ਆ ਹੌਸਪੀਟਲ ਵਿੱਚ, ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਇੱਥੇ ਮਰੀਜ਼ ਆਉਂਦੇ ਨੇ ਚਲੇ ਜਾਂਦੇ ਨੇ, ਕੋਈ 4 ਦਿਨ ਕੋਈ 5 ਦਿਨ 'ਚ ਉਹਦੇ ਪਰਿਵਾਰ ਵਾਲੇ ਵੀ ਮਿਲਣ ਆਉਂਦੇ ਨੇ ਉਹਨੂੰ, ਪਰ ਇਹ ਵੀਰ ਇਕੱਲਾ ਹੀ ਬੈਠਾ ਉਹਨਾਂ ਨੂੰ ਦੇਖਦਾ ਰਹਿੰਦਾ, ਆਉਂਦੇ ਜਾਂਦਿਆਂ ਨੂੰ। ਦਵਾਈ ਚੱਲ ਰਹੀ ਆ, ਪਰ ਇੱਕ ਮਨ 'ਚ ਆਸ ਤੇ ਸਾਰਿਆਂ ਦੀ ਹੁੰਦੀ ਆ ਕਿ ਕਿਤੇ ਨਾ ਕਿਤੇ ਤੇ ਇਸ ਦਰਵਾਜ਼ੇ ਥਾਣੀ ਮੈਂ ਵੀ ਜਾਵਾਂਗਾ, ਆਪਣੇ ਉਸ ਗ੍ਰਹਿ ਵਿਖੇ ਜਿੱਥੇ ਇਹਨੇ ਗੁਜ਼ਾਰਾ ਕਰਨ ਵਾਸਤੇ ਛੋਟਾ ਜਿਹਾ ਕਮਰਾ ਇਹਨੂੰ ਮਿਲਿਆ ਹੋਇਆ ਵਾ। ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਖਰਚਾ ਵੀਰ ਦਾ ਬਹੁਤ ਵੱਡਾ ਵਾ। ਓਪਰੇਟ ਹੋਇਆ, ਉਹਦੀ ਦਵਾਈ ਵੀ ਚੱਲਦੀ ਪਈ, ਜਿਹੜਾ ਪਿੱਛੇ ਜੇ ਆਪਾਂ ਓਪਰੇਟ ਕਰਵਾਇਆ ਸੀਗਾ ਦਾ ਲੱਕ ਦਾ, ਉਹਦੀ ਦਵਾਈ ਵੀ ਨਾਲ ਚੱਲਦੀ ਆ। 6-7 ਜਿਹੜੇ ਬੈੱਡ ਸੋਲੇ ਦੇ ਜਿਹੜੇ ਹੋਏ ਨੇ ਉਹਦੀ ਦਵਾਈ ਚੱਲਦੀ ਆ। ਸੋ ਅਸੀਂ ਚਾਹਾਂਗੇ ਵੀਰ, ਨਹੀਂ ਕੋਈ ਨਹੀਂ ਯਾਰ, ਮਨ ਨਹੀਂ ਭਰਨਾ, ਤੂੰ ਕੋਈ ਗੱਲ ਕਰਨੀ ਚਾਹੁੰਦਾ ਸੰਗਤ ਨਾਲ ਕਰ, ਬੇਫਿਕਰ ਹੋ ਕੇ ਕੋਈ ਕਹਿਣਾ ਚਾਹੁੰਦਾ। ਮਹਾਰਾਜ ਸਾਰੀ ਸੰਗਤ ਦਾ ਭਲਾ ਕਰੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।
ਤਿਲਕ ਰਾਜ ਪਹਿਲਾਂ ਨਾਲੋਂ ਤੇ ਕਾਫੀ ਬੈਟਰ ਕੰਡੀਸ਼ਨ ਹੈ ਇਹਦੀ। ਜਦੋਂ ਆਇਆ ਸੀ ਉਦੋਂ ਤੇ ਬਿਲਕੁਲ ਕਾਫੀ ਡੀਪ ਬੈਡ ਸੋਰ ਸੀਗੇ। ਇੱਕ ਬੈਡ ਸੋਰ ਦਾ ਇਸ ਤਰ੍ਹਾਂ ਸੀਗਾ ਕਿ ਜਿਹਦੇ ਵਿੱਚੋਂ ਇਹਦੀ ਬੋਨ ਦਿਖ ਰਹੀ ਸੀਗੀ, ਐਕਸਪੋਜ਼ ਬੋਨ ਸੀਗੀ। ਉਹਦੇ 'ਚ ਆਪਾਂ ਪਹਿਲਾਂ ਵੈਕ ਡਰੈਸਿੰਗਸ ਕਰਵਾਉਂਦੇ ਰਹੇ ਹਾਂ, 3 ਵੈਕ ਆਪਾਂ ਲਵਾਏ ਆ। ਉਹਨਾਂ ਤੋਂ ਬਾਅਦ ਫਿਰ ਆਪਾਂ ਪਲਾਨ ਕੀਤਾ ਵੀ ਇਹਦਾ ਆਪਾਂ ਫਲੈਪ ਲਗਾਈਏ। ਪਲਾਸਟਿਕ ਸਰਜਨ ਨੂੰ ਦਿਖਾਇਆ ਸੀ ਅਸੀਂ, ਡਾਕਟਰ ਮਹੀਪਾਲ ਨੂੰ। ਉਹਨਾਂ ਨੇ ਫਿਰ ਇੱਥੇ ਫਲੈਪ ਦਾ ਪਲਾਨ ਕੀਤਾ ਅਤੇ ਫਲੈਪ ਪੇਸ਼ੈਂਟ ਦੇ ਲੱਗਾ। ਬਾਕੀ ਦੂਜੇ ਬੈਡ ਸੋਰਸ ਜਿਹੜੇ ਆ ਉਹ ਵੀ ਕਾਫੀ ਹੀਲ ਹੋ ਚੁੱਕੇ ਨੇ। ਇੱਕ ਪੈਰ 'ਤੇ ਛਾਲਾ ਸੀ, ਉਹਦੇ ਤੋਂ ਬੈਡ ਸੋਰ ਬਣ ਗਿਆ ਸੀ, ਉਹਦੀ ਵੀ ਕੱਲ੍ਹ ਸਫਾਈ ਹੋ ਗਈ ਹੈ। ਥੋੜ੍ਹਾ ਮੂਵਮੈਂਟ ਘੱਟ ਹੈ ਪੇਸ਼ੈਂਟ ਦੀ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੇਸ਼ੈਂਟ ਨੂੰ ਮਤਲਬ ਮੂਵਮੈਂਟ ਪ੍ਰੋਪਰਲੀ ਦਿੰਦੇ ਰਹੀਏ। ਥੋੜ੍ਹਾ ਵੀਲ ਚੇਅਰ 'ਤੇ ਵੀ ਇਹਨੂੰ ਡੇਲੀ ਅਸੀਂ ਬਾਹਰ ਲੈ ਕੇ ਜਾਂਦੇ ਹਾਂ, ਘੁਮਾਉਂਦੇ ਹਾਂ। ਅਤੇ ਇਹੀ ਹੈ ਕਿ ਟਾਈਮ ਦੇ ਨਾਲ ਪਹਿਲਾਂ ਨਾਲੋਂ ਤਾਂ ਇਹਦੀ ਰਿਕਵਰੀ ਕਾਫੀ ਅੱਛੀ ਹੈ ਅਤੇ ਹੋਰ ਬੈਟਰ ਹੋਣ ਦੇ ਚਾਂਸਿਸ ਹੈਗੇ ਨੇ ਕਿ ਹੋਰ ਬੈਟਰ ਹੋ ਜਾਏਗਾ। ਹੁਣ ਇਹ ਸਾਡੇ ਕੋਲ ਆ ਅਤੇ ਅਸੀਂ ਇਹਨੂੰ ਠੀਕ ਕਰਕੇ ਭੇਜਣਾ ਚਾਹੁੰਦੇ ਹਾਂ ਅਤੇ ਵੱਧ ਤੋਂ ਵੱਧ ਤੁਸੀਂ ਸਹਿਯੋਗ ਕਰੋ ਜਿਤਨਾ ਵੀ ਕਿਸੇ ਕੋ ਹੋ ਸਕਦਾ। ਕੋਈ ਬੰਦਿਸ਼ ਨਹੀਂ ਆ, ਆਪਣਾ ਆਪਣਾ ਪਿਆਰ ਜਿਹੜਾ ਸਾਂਝਾ ਕਰੋ। ਇਹੀ ਸਾਡਾ ਸਫ਼ਰ ਦੇ ਵਿੱਚ ਹੋਰ ਸਾਡਾ ਕੁਛ ਨਹੀਂ ਜਾਣਾ। ਸਾਡੇ ਨਾਲ ਜਿਹੜਾ ਜਾਣਾ ਅਸੀਸਾਂ, ਗੁਰੂ ਸਾਹਿਬ ਦੀ ਕੀਤੀ ਹੋਈ ਬੰਦਗੀ, ਉਹਦੇ ਪਾਏ ਹੋਏ ਪੂਰਨਿਆਂ 'ਤੇ ਜੋ ਅਸੀਂ ਚੱਲ ਕੇ ਇੱਥੋਂ ਜਾਵਾਂਗੇ। ਸਾਡੇ ਕੋਲ ਇਹੀ ਜਿਹੜੇ ਨਾਲ ਜਾਣ ਵਾਲੀਆਂ ਚੀਜ਼ਾਂ ਨੇ, ਬਾਕੀ ਤਾਂ ਸਾਰਾ ਕੁਝ ਇੱਥੇ ਹੀ ਰਹਿ ਜਾਣਾ। ਸੋ ਮੇਰੀ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ। ਕੁਝ ਚਿਰ 'ਚ ਡਾਕਟਰ ਸਾਹਿਬ ਆ ਰਹੇ ਨੇ, ਸਲਾਹ ਲਈਏ ਡਾਕਟਰ ਸਾਹਿਬ ਤੋਂ ਵੀ ਇਹਨਾਂ ਦਾ ਕਿੰਨਾ ਕੁ ਟਰੀਟਮੈਂਟ ਆ ਅਤੇ ਕਿੱਧਰ ਨੂੰ ਜਾ ਰਿਹਾ ਹੈ ਕੇਸ, ਉਹ ਵੀ ਮੈਂ ਆਪ ਜੀ ਨੂੰ ਸਾਂਝ ਪਾਵਾਂਗਾ। ਸੋ ਥੋੜ੍ਹੀ ਵੇਟ ਕਰ ਲਈਏ ਡਾਕਟਰ ਸਾਹਿਬ ਦੀ ਵੀ। ਸੋ ਵੀਰ ਬਬਲੂ ਨੂੰ ਨੇਤੀ ਰੋਜ਼ ਹੀ ਇਸੇ ਪੀੜਾ ਵਿੱਚੋਂ ਨਿਕਲਣਾ ਪੈਂਦਾ, ਕਿਉਂਕਿ ਪੱਟੀ ਜਿਹੜੀ ਹੈ ਵੀਰ ਦੀ ਉਹ ਰੋਜ਼ ਹੁੰਦੀ ਹੈ। ਅਸੀਂ ਵੀ ਆਪ ਜੀ ਨੂੰ ਹੁਣੇ ਦਿਖਾ ਰਹੇ ਸੀਗੇ ਜਦੋਂ ਪੱਟੀ ਹੋ ਰਹੀ ਹੈ ਵੀਰ ਕਿਸ ਤਰ੍ਹਾਂ ਤਰਲੋ ਮੱਛੀ ਹੁੰਦਾ ਪਿਆ ਸੀਗਾ। ਪਰ ਹੁਣ ਮਜਬੂਰੀ ਆ, ਅਸੀਂ ਜਿੰਨਾ ਵੀ ਹੋ ਸਕਦਾ ਵੀ ਇਹਦੀ ਮਦਦ ਕਰ ਸਕੀਏ। ਪੇਨ ਤਾਂ ਜ਼ਰੂਰ ਹੋਏਗੀ ਪਰ ਇਹਦਾ ਇਲਾਜ ਇਹਦਾ ਇਸੇ ਤਰ੍ਹਾਂ ਹੀ ਸੰਭਵ ਆ। ਸੋ ਡਾਕਟਰ ਸਾਹਿਬ ਸਾਡੇ ਨਾਲ ਨੇ ਜਿਨ੍ਹਾਂ ਨੇ ਇਹਦਾ ਉੱਪਰ ਫਲੈਪ ਲਗਾਇਆ ਸੀਗਾ। ਸੋ ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਹੁਣ ਇਹਦਾ ਅੱਗੇ ਟ੍ਰੀਟਮੈਂਟ ਹੋਣਾ ਵਾ? पेशेंट एक्चुअली बेड रिडन है, बेड रिडन करके इनू बेड सोर हो गया है। ठीक, बेड रिडन इस करके है कि इनू पैरालिसिस है, पैर दे थले थले नहीं काम करता है, ये तुर फिर नहीं सकता है। बेड रिडन है, प्रेशर करके उत्थे जिथे जिथे प्रेशर रहेगा लंबे टाइम तक उत्थे जख्म बन जाना, ये स्वाभाविक है ਜਦੋਂ तक पेशेंट तुरना फिरना ना शुरू करे। तो इसी करके बेड सोर हो गया सी इतने ट्रोकेंट्रिक एरिया पे वड्डा, उन्होंने ऑपरेशन करके ठीक करता है ना। हुण टाके टूके कटने वाले हैं, हफ्ते बाद टाके टूके कट जाएंगे, वो ठीक हो जाएगा। पर अगे भी जो ਇਹਦਾ प्रोगनोसिस है ना कि ये तुरेगा फिरेगा कि नहीं। जे तुरेगा फिरेगा तो फिर दोबारा नहीं होना। जे तुरना फिरना नहीं कर पाएगा बिकॉज ऑफ स्पाइन इंजरी, तो इनू नर्सिंग केयर बहुत ज़रूरी है। इनू हर वेले पासे पूसे दिलाना, 2 घंटे से ज़्यादा एक पोस्चर में नहीं लेटे रहना, फिर जाके दोबारा नहीं बनना। नहीं तो जे नर्सिंग केयर वधिया नहीं मिला तो ये फिर दोबारा बन जाने का चांस रहेगा। ਸਰ ਅਸੀਂ ਦੇਖ ਰਹੇ ਸੀਗੇ ਕਿ ਜਿਹੜਾ ਇਹਨਾਂ ਦੇ ਪੈਰ ਦੇ ਵਿੱਚ ਵੀ ਨਵੇਂ ਬੈੱਡ ਸੋਲ ਵੀ ਆਏ ਸੀਗੇ, ਸ਼ਾਇਦ ਅਜੇ ਪੱਟੀ ਖੋਲ੍ਹਣ ਵਾਲੀ ਉਸ ਜਗ੍ਹਾ 'ਤੇ। ਮੈਂ ਚਾਹਾਂਗਾ ਉਹ ਵੀ ਤੁਸੀਂ ਦੇਖਿਓ। हो सकता है जे नर्सिंग केयर वधिया तरीके नाल नहीं होएगा, पेशेंट पया रहेगा एक ही पोस्चर पे, हील पे अगर प्रेशर ज़्यादा लंबे टाइम तक जे हो तो हील पे भी प्रेशर सोर बेड सोर बन जाओगा। ਉਹਨੂੰ भी बचाने ਲਈ पोस्चर हमेशा चेंज करते रहना। ਹਿਲਜੁਲ ਜ਼ਰੂਰੀ ਆ, ਪਰ ਇਹਦੀ ਤੇ ਕਮਜ਼ੋਰੀ ਇਹਦੀ ਇਹ ਰਹੀ ਹੈ ਕਿ ਇਹਦੀਆਂ ਲੱਤਾਂ ਨਹੀਂ ਚੱਲਦੀਆਂ नहीं चलता। प्रैक्टिकली ये चीज़ कहना कि हर 2 घंटे च
पोस्चर बदलना ये प्रैक्टिकली बहुत मुश्किल काम है। इन्ना आसान नहीं है कि तुसी हर 2 घंटे च इनू पोस्चर चेंज कर दोगे, इन्ना ज़्यादा बड़ा मुश्किल काम है। ਸੋ ਆਪ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਚਾਹੀਦਾ ਇਸ ਨੂੰ ਵੀਰ ਨੂੰ ਠੀਕ ਕਰਨ ਵਾਸਤੇ। ਸੋ ਅਸੀਂ ਉਮੀਦ ਕਰਦੇ ਹਾਂ ਕਿ ਆਪ ਜੀ ਜ਼ਰੂਰ ਸਹਿਯੋਗ ਕਰੋਗੇ। ਜਿਹੜਾ ਅਮਾਊਂਟ ਆ ਮੈਂ ਆਪ ਜੀ ਨਾਲ ਸਾਂਝਾ ਕਰ ਚੁੱਕਾ, ਬਹੁਤ ਵੱਡੀ ਰਕਮ ਆ ਸਾਧ ਸੰਗਤ ਜੀ। ਉਹ 9.5 ਲੱਖ ਰੁਪਈਆ ਜਿਹੜਾ ਅੱਜ ਤੋਂ ਪਿੱਛੇ 2 ਦਿਨ ਪਹਿਲਾਂ ਦਾ ਮੈਂ ਚੈੱਕ ਕਰਵਾਇਆ ਸੀਗਾ। ਡਾਕਟਰ ਸਾਹਿਬ ਵੀ ਆਪਣਾ ਜ਼ੋਰ ਲਾ ਰਹੇ ਨੇ। ਦਵਾਈਆਂ ਦਾ ਖਰਚਾ ਬਹੁਤ ਵੱਡਾ ਵਾ। ਅਸੀਂ ਦੇਖ ਰਹੇ ਸੀਗੇ ਕਿ ਰੋਜ਼ ਜਿਹੜੀ ਦਵਾਈ ਆਉਂਦੀ, ਪੱਟੀ ਆਉਂਦੀ ਆ, ਮੇਰੇ ਹਿਸਾਬ ਨਾਲ ਕੋਈ 7 ਤੋਂ 8 ਹਜ਼ਾਰ ਦਾ ਜਿਹੜਾ ਡੇਲੀ ਦਾ ਖਰਚਾ ਦਵਾਈ ਵੀ ਚੱਲਦੀ ਹੈ। ਸੋ ਬੜੇ ਵੱਡੇ ਖਰਚੇ ਨੇ ਅਤੇ ਇਸ ਵੀਰ ਨੂੰ ਉਠਾਉਣ ਵਾਸਤੇ ਆਪਾਂ ਨੂੰ ਬੜਾ ਵੱਡਾ ਹੰਬਲਾ ਮਾਰਨ ਦੀ ਜ਼ਰੂਰਤ ਆ। ਅਤੇ ਮੈਂ ਇਸੇ ਉਮੀਦ ਨਾਲ ਆਪ ਜੀ ਕੋਲ ਇਜਾਜ਼ਤ ਲੈਣਾ ਕਿ ਆਪ ਜੀ ਜ਼ਰੂਰ ਸਾਥ ਦਿਓ। ਮੇਰੀ ਦਿਨ ਰਾਤ ਦੀ ਚਿੰਤਾ ਜਿਹੜੀ ਟੈਨਸ਼ਨ ਹੈ ਇਸੇ ਵੀਰ ਵਾਸਤੇ ਹੀ ਹੈ, ਕਿਉਂਕਿ ਅਸੀਂ ਡੇਲੀ ਇਹਦੇ ਕੋਲ ਆਉਂਦੇ। ਹੁਣ ਸਾਡੇ ਸੱਜਣ ਵੀਰ ਭਰਾ ਦੋਸਤ ਸਾਰੇ ਤਾਂ ਇਹੋ ਹੀ ਨੇ ਨਾ, ਸਾਰਾ ਦਿਨ ਸਾਡਾ ਇਹਨਾਂ ਵਿੱਚ ਬੀਤਦਾ ਵਾ। ਅਤੇ ਸ਼ਾਮ ਨੂੰ ਅਸੀਂ ਘਰੇ ਜਾਂਦੇ ਹਾਂ, ਘਰੇ ਜਾ ਕੇ ਤਾਂ ਸਿਰਫ ਸੌਣਾ ਹੀ ਆ। ਦਿਨ ਸਾਰਾ ਇਹਨਾਂ ਦੇ ਕੋਲ ਬੀਤਦਾ, ਅਸੀਂ ਇਹਨਾਂ ਦੇ ਉਤਾਰ ਚੜਾਅ ਦੇਖਦੇ ਹਾਂ। ਸੋ ਮੈਂ ਆਪ ਜੀ ਕੋਲੋਂ ਸਹਿਯੋਗ ਦੀ ਉਮੀਦ ਕਰਦਾ ਹੋਇਆ ਸੰਗਤ ਏਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਅਸੀਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਸਹਿਯੋਗ ਕਰਿਓ। ਬਹੁਤ ਵੱਡੀ ਰਕਮ ਆ, 4 ਲੱਖ ਰੁਪਈਆ ਪਹਿਲਾਂ ਅਤੇ 9.5 ਲੱਖ ਦੇ ਕਰੀਬ ਜੋ 2 ਦਿਨ ਪਹਿਲਾਂ ਦੀ ਮੈਂ ਇਹਨਾਂ ਦੀ ਅਮਾਊਂਟ ਚੈੱਕ ਕਰਵਾਇਆ ਸੀਗਾ। ਅਤੇ ਆਪ ਜੀ ਵੱਲੋਂ ਸਹਿਯੋਗ ਦੀ ਉਮੀਦ ਕਰਦੇ ਹੋਏ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।